ਹੁਣ ਮਤਲਬ ਕਿਵੇਂ ਦੇਖਦੇ ਹੋ ਜਦੋਂ ਪਰਿਵਾਰ ਦੇ ਉੱਤੇ ਆ ਕੇ ਨਿੱਜੀ ਹਮਲੇ ਹੁੰਦੇ ਆ ਜਾਂ ਕਹਿੰਦੇ ਜੀ ਐ ਕਰਦੇ ਆ ਸੋਸ਼ਲ ਮੀਡੀਆ ਤੇ ਗਲਤ ਗੱਲਾਂ। ਉਹ ਇੱਕ ਕੀੜੀ ਨਹੀਂ ਮਾਰ ਸਕਦੇ। ਮੈਂ ਤੁਹਾਨੂੰ ਇਹ ਯਕੀਨੀ ਦੱਸਦਾ ਵੀ ਉਹ ਇੱਕ ਚਿੜੀ ਨਹੀਂ ਮਾਰ ਸਕਦੇ। ਤੇ ਦੋਸ਼ ਕਿੱਡੇ ਕਿੱਡੇ ਲਾਈ ਜਾਂਦੇ ਹੈਗੇ, ਉਹ ਵੀ ਪ੍ਰਕਾਸ਼ ਸਿੰਘ ਬਾਦਲ ਦੇ ਨਾਂ ਤੇ। ਫਾਦਰ ਆਫ ਦਾ ਨੇਸ਼ਨ ਹੈਗੇ ਆਪਣੇ ਗਾਂਧੀ ਜੀ, ਬਹੁਤ ਸਤਿਕਾਰਯੋਗ ਸੀ, ਬਹੁਤ ਹੀ ਆਪਾਂ ਨੂੰ ਆਜ਼ਾਦੀ ਦਵਾਈ। ਉਹਨਾਂ ਨੇ ਕੋਈ ਦੱਸ ਸਕਦਾ ਕਿੰਨੀ ਜੇਲ੍ਹ ਕੱਟੀ ਸੀ? ਉਹਨਾਂ ਨੇ 6 ਸਾਲ ਤੇ 9 ਮਹੀਨੇ ਜੇਲ੍ਹ ਕੱਟੀ ਸੀ ਤੇ ਬਾਦਲ ਸਾਹਿਬ ਨੇ ਆਪਦੀ 17 ਸਾਲ ਜੇਲ੍ਹ ਕੱਟੀ ਹੈ। ਆਪਣੇ ਆਸਤੇ ਨਹੀਂ, ਆਪਣੇ ਕੌਮ ਵਾਸਤੇ, ਆਪਣੇ ਸੂਬੇ ਵਾਸਤੇ, ਆਪਣੇ ਦੇਸ਼ ਵਾਸਤੇ। ਕਿ ਯਾਰ ਨਸ਼ਾ ਵਿਕਾਉਣ ਲਾਤਾ ਹੈ ਨਾ, ਤੁਸੀਂ ਸਮਝਦੇ ਹੋ ਇਸ ਚੀਜ਼ ਨੂੰ? ਔਰ ਖਾਸ ਕਰਕੇ ਬੇਅਦਬੀ ਦੇ ਮਸਲੇ ਦੇ ਉੱਤੇ ਵੀ ਟਾਰਗੇਟ ਕੀਤਾ ਜਾ ਰਿਹਾ ਨਾ। ਮਜੀਠੀਆ ਸਾਹਿਬ ਜਿੰਨਾ ਗੁਰਸਿੱਖ ਤੇ ਅੰਮ੍ਰਿਤਧਾਰੀ ਤੇ ਪਾਠ ਕਰਨ ਵਾਲਾ, ਮੇਰਾ ਖਿਆਲ ਸ਼ਾਇਦ ਹੀ ਕੋਈ ਇਹੋ ਜਿਹਾ ਪਰਿਵਾਰ ਹੋਊਗਾ। ਉਸ ਵੇਲੇ ਕਿਵੇਂ ਦਾ ਮੁਕਾਬਲਾ ਹੁੰਦਾ ਸੀ? ਉਸ ਵੇਲੇ ਵੀ ਇਸੇ ਤਰ੍ਹਾਂ ਦੇ ਨਾਲ ਟੱਕਰਾਂ ਹੁੰਦੀਆਂ ਸੀ ਜਾਂ ਕਿਵੇਂ ਦਾ ਹੁੰਦਾ ਸੀਗਾ? ਮਤਲਬ ਜੇ ਕਿਵੇਂ ਬਦਲ ਗਿਆ ਸਿਸਟਮ ਸਾਰਾ? ਉਦੋਂ ਮਤਲਬ ਜਿਹੜੀ ਪਿੰਡਾਂ ਦੀ ਸਿਆਸਤ ਉਹ ਐ ਨਹੀਂ ਸੀਗੀ ਵੀ ਮੈਂ ਪੰਚ ਬਣਨਾ, ਸਰਪੰਚ ਬਣਨਾ, ਫਲਾਨਾ ਬਣਨਾ, ਟਿਮਕਾ ਬਣਨਾ, ਫੋਟੋ ਖਿਚਾਉਣੀ ਹੈ, ਨਹੀਂ ਖਿਚਾਉਣੀ, ਅੱਗੇ ਜਾਣਾ, ਪਿੱਛੇ ਜਾਣਾ। ਉਦੋਂ ਬਹੁਤ ਹੀ ਸ਼ਾਸਤਾ ਐਟਮੋਸਫੇਅਰ ਸੀਗਾ। ਤੇ ਜੇ ਮੈਂ ਰਾਜਪਾਲ ਨੂੰ ਕਹਿ ਦਿੰਦਾ ਵੀ ਕਾਕਾ ਕੱਲ੍ਹ ਨੂੰ ਐ ਕਰਕੇ ਤੇਰੇ ਕੋਲੇ ਆਵਾਂਗੇ ਤੇ ਪਿੰਡ ਨੂੰ ਇਕੱਠਾ ਕਰ ਲਈ, ਉਹ ਪਿੰਡ ਨੂੰ ਇਕੱਠਾ ਕਰ ਲੈਂਦਾ, ਫਿਰ ਉਹਦੀ ਡਿਊਟੀ ਲੱਗ ਜਾਂਦੀ, ਦੁਬਾਰਾ ਉੱਥੇ ਜਾਣ ਦੀ ਤੁਹਾਨੂੰ ਲੋੜ ਨਹੀਂ ਹੁੰਦੀ ਸੀ। ਉਦੋਂ ਨਾਲੋਂ ਆਹ ਮੁਕਾਬਲਾ ਜਿਹੜਾ ਹੋਣ ਵਾਲਾ, ਮਤਲਬ ਜੇ ਆਪਾਂ ਗੱਲ ਕਰ ਲਈਏ, ਇਹ ਮੁਕਾਬਲਾ ਉਹਦੇ ਨਾਲੋਂ ਸੌਖਾ ਫਿਰ ਤੁਹਾਡੇ ਹਿਸਾਬ ਨਾਲ? ਹੈ ਹੀ ਨਹੀਂ ਮੁਕਾਬਲਾ ਜੀ, ਕਾਹਦਾ ਮੁਕਾਬਲਾ ਹੈ? ਕਾਂਗਰਸ ਦੀ ਤਾਂ ਟਿਕਟ ਲੈਣ ਨੂੰ ਤਿਆਰ ਨਹੀਂ ਸੀ ਕੋਈ। ਉਹ ਕਹਿੰਦਾ ਸੀ ਤੂੰ ਲੈ ਲਾ, ਉਹ ਕਹਿੰਦਾ ਤੂੰ ਲੈ ਲਾ। ਸਤਿ ਸ਼੍ਰੀ ਅਕਾਲ, ਤੁਸੀਂ ਦੇਖ ਰਹੇ ਹੋ ਪੰਜਾਬ ਲੋਕਮਤ ਟੀਵੀ। ਮੈਂ ਜਸਪਾਲ ਮਾਨ। ਪੰਜਾਬ ਦੀ ਸਿਆਸਤ ਦੇ ਵਿੱਚ ਲੰਬੀ ਦੀ ਸੀਟ ਆ, ਬੜੀ ਚਰਚਿਤ ਰਹੀ ਆ ਔਰ ਇਸ ਵੇਲੇ ਵੀ ਚਰਚਾ ਦੇ ਵਿੱਚ ਆ। ਇਸ ਵੇਲੇ ਗੱਲਬਾਤ ਕਰਾਂਗੇ, ਸਾਡੇ ਨਾਲ ਮੇਜਰ ਭੁਪਿੰਦਰ ਸਿੰਘ ਜੀ ਨੇ, ਪ੍ਰਕਾਸ਼ ਸਿੰਘ ਬਾਦਲ ਦੇ ਚਚੇਰੇ ਭਰਾ ਨੇ, ਉਹਨਾਂ ਨਾਲ ਗੱਲਬਾਤ ਕਰਾਂਗੇ। ਔਰ ਲੰਬੀ ਦੇ ਵਿੱਚ ਕੰਪੇਨ ਸੰਭਾਲੀ ਹੋਈ ਆ, ਕਿਵੇਂ ਕੰਪੇਨ ਕਰ ਰਹੇ ਆ। ਕੱਲ੍ਹ ਦਫ਼ਤਰ ਦਾ ਉਦਘਾਟਨ ਕਰਨ ਤੋਂ ਬਾਅਦ ਇਹਨਾਂ ਵੱਲੋਂ ਐਲਾਨ ਹੋਇਆ ਕਿ ਪ੍ਰਕਾਸ਼ ਸਿੰਘ ਬਾਦਲ ਲੰਬੀ ਤੋਂ ਚੋਣ ਲੜਨਗੇ। ਸਭ ਤੋਂ ਪਹਿਲਾਂ ਮੇਜਰ ਸਾਹਿਬ ਇਹ ਦੱਸੋ ਕਿ ਇਹਦੇ ਬਾਰੇ ਪਰਿਵਾਰ 'ਚ ਡਿਸਕਸ ਹੋ ਗਿਆ ਸੀ ਜਾਂ ਉਸ ਤੋਂ ਬਾਅਦ, ਜਾਂ ਕਿਵੇਂ ਮਤਲਬ ਹੋਇਆ ਐਲਾਨ ਦਾ? ਪਰਿਵਾਰ 'ਚ ਵੀ ਡਿਸਕਸ ਹੋਇਆ ਸੀ ਜੀ। ਫਿਰ ਸਾਰੇ ਜਿਹੜੇ ਸਾਡੇ ਅਹੁਦੇਦਾਰ ਸੀਗੇ ਸ਼੍ਰੋਮਣੀ ਅਕਾਲੀ ਦਲ ਦੇ, ਲੰਮੀ ਦੇ, ਫਿਰ ਸਾਰੇ ਵਰਕਰ, ਉਹਨਾਂ ਨੇ ਪ੍ਰੈਸ਼ਰ ਪਾਇਆ ਬਾਦਲ ਸਾਹਿਬ 'ਤੇ ਵੀ ਤੁਸੀਂ ਇਹ ਸੀਟ ਲੜਨੀ ਹੈ। ਉਹ ਤਾਂ ਕਹਿੰਦੇ ਸੀ ਵੀ ਮੇਰਾ ਏਜ ਕਰਕੇ ਮੈਨੂੰ ਐਤਕੀ ਤੁਸੀਂ ਬਖਸ਼ ਲਓ, ਛੁੱਟੀ ਦੇ ਦਿਓ। ਪਰ ਸਾਰਿਆਂ ਨੇ ਪ੍ਰੈਸ਼ਰ ਪਾ ਕੇ ਉਹਨਾਂ ਨੂੰ ਆਪਾਂ ਐਤਕੀ ਫੇਰ ਖੜੇ ਕੀਤਾ ਹੈਗਾ। ਤੇ ਅਸੀਂ ਉਹਨਾਂ ਨੂੰ ਇਹ ਵੀ ਦੱਸਿਆ ਵੀ ਤੁਸੀਂ ਖਾਲੀ ਕਾਗਜ਼ ਭਰ ਦਿਓ ਤੇ ਉਸ ਤੋਂ ਮਗਰੋਂ ਸੀਟ ਸਾਡੇ ਜਿਹੜੇ ਅਕਾਲੀ ਦਲ ਦੇ ਵਰਕਰ ਹੈ ਉਹ ਸੰਭਾਲਣਗੇ। ਤੁਹਾਨੂੰ ਕਿਸੇ ਪਿੰਡ 'ਚ ਜਾਣ ਦੀ ਲੋੜ ਨਹੀਂ, ਕਿਸੇ ਤੋਂ ਮਤਲਬ ਜਾ ਕੇ ਕੋਈ ਕੰਪੇਨ ਕਰਨ ਦੀ ਲੋੜ ਨਹੀਂ। ਤੁਸੀਂ ਆਪਦੇ ਘਰੇ ਬੈਠੋ, ਅਸੀਂ ਤੁਹਾਡਾ ਮੋਰਚਾ ਹੈਗਾ ਉਹ ਸਫਲ ਕਰਾਂਗੇ। ਔਰ ਹਲਕੇ ਦੇ ਵਿੱਚ ਜਿਸ ਤਰ੍ਹਾਂ ਦੇ ਨਾਲ ਪਹਿਲਾਂ ਚਰਚਾਵਾਂ ਸੀਗੀਆਂ ਕਿ ਪ੍ਰਕਾਸ਼ ਸਿੰਘ ਬਾਦਲ ਨਹੀਂ ਲੜਨਗੇ, ਬੇਸ਼ੱਕ ਸਿਹਤ ਦਾ ਹਵਾਲਾ ਵੀ ਦੇ ਦਈਏ ਜਾਂ ਕੋਈ ਵੀ ਕਾਰਨ ਹੋਵੇ, ਔਰ ਉਹਨਾਂ ਵੱਲੋਂ ਵੀ ਆਪਾਂ ਮੀਟਿੰਗਾਂ ਦੇ ਵਿੱਚ ਦੇਖਦੇ ਸੀਗੇ। ਉਸ ਤੋਂ ਬਾਅਦ ਹਸਪਤਾਲ ਦੇ ਵਿੱਚ ਪ੍ਰਕਾਸ਼ ਸਿੰਘ ਬਾਦਲ, ਔਰ ਉਹਨਾਂ ਨਾਲ ਰਾਬਤਾ ਤੁਹਾਡਾ ਕਾਇਮ ਹੋਇਆ, ਉਹਨਾਂ ਵੱਲੋਂ ਕਿਸ ਤਰ੍ਹਾਂ ਦਾ ਰਿਸਪੌਂਸ ਸੀਗਾ? ਨਹੀਂ, ਉਹ ਤਾਂ ਸਾਡੇ ਨਾਲ 4 ਵਾਰੀ ਦਿਨ ਵਿੱਚ ਗੱਲ ਕਰਦੇ ਆ, ਹਰੇਕ ਪਰਿਵਾਰ ਦੇ ਮੈਂਬਰ ਨਾਲ, ਹਰੇਕ ਵਰਕਰ ਨਾਲ, ਮਤਲਬ ਜਿਹੜੇ ਸੀਨੀਅਰ ਵਰਕਰ ਹੈ ਉਹਨਾਂ ਨਾਲ ਸਾਨੂੰ ਹੱਲਾਸ਼ੇਰੀ ਦਿੰਦੇ ਵੀ ਤਕੜੇ ਰਹੋ ਤੇ ਆਪਦਾ ਸੰਭਾਲੋ ਮੋਰਚਾ, ਮੈਂ ਆ ਜਾਣਾ। ਮੇਰਾ ਖਿਆਲ ਰਾਤ ਆ ਗਏ ਹੋਣਗੇ, ਜੇ ਰਾਤ ਨਹੀਂ ਆਏ ਤਾਂ ਅੱਜ ਆ ਜਾਣਗੇ ਤੇ ਫਿਰ ਇੱਥੇ ਹੀ ਹੈਗੇ ਅਸੀਂ। ਪਰ ਅਸੀਂ ਉਹਨਾਂ ਨੂੰ ਇਹ ਯਕੀਨ ਦਿਵਾਇਆ, ਉਹਨਾਂ ਸਾਰੇ ਬੈਠੇ ਆ, ਸਾਡੀ ਬਹੁਤ ਵਧੀਆ ਬਰਾਦਰੀ ਹੈ, ਬਾਜੀਗਰ ਬਰਾਦਰੀ ਹੈ। ਇਹਨਾਂ ਨੇ ਹਰ ਟਾਈਮ ਸਾਡੇ ਲੰਮੀ 'ਚ ਇਹਨਾਂ ਨੇ ਸਾਰੀ ਬਰਾਦਰੀ ਨੇ ਸਾਨੂੰ ਸ਼੍ਰੋਮਣੀ ਅਕਾਲੀ ਦਲ ਨੂੰ ਵੋਟਾਂ ਪਾਈਆਂ। ਅੱਜ ਮੈਂ ਅਚੇਚਾ ਇੱਥੇ ਆਇਆ ਸੀਗਾ ਇਹਨਾਂ 'ਚ ਚਾਹ ਪੀਣ ਵਾਸਤੇ, ਕਿਉਂ ਸਾਡਾ ਪਿਆਰ ਹੀ, ਸਾਡੇ ਪਰਿਵਾਰ ਦਾ ਪਿਆਰ ਹੀ ਇਸ ਹਲਕੇ ਨਾਲ ਇੰਨਾ ਹੈ ਵੀ ਕੋਈ ਉਹ ਗੱਲ ਹੀ ਹੈ ਨਹੀਂ ਗੀ ਵੀ ਉਹ ਉੱਚਾ ਹੈਗਾ ਜੀ, ਵੱਡਾ ਹੈਗਾ ਤੇ ਮੈਂ ਨੀਵਾਂ। ਇਹਨਾਂ ਨੂੰ ਪੁੱਛ ਲਓ, ਸਧਾਰਨ ਬੰਦਿਆਂ ਵਾਂਗੂ ਅਸੀਂ ਸਾਰੇ ਇੱਥੇ ਰਹਿੰਦੇ ਹਾਂ ਤੇ ਇਹਨਾਂ ਨਾਲ ਦੁੱਖ ਦੇ ਸੁੱਖ ਦੇ ਅਸੀਂ ਇਹਨਾਂ ਨਾਲ ਮੀਟਿੰਗਸ ਕਰਦੇ ਹਾਂ। ਹੁਣ ਅੱਜ ਇਹੀ ਮੀਟਿੰਗ ਸੀਗੀ। ਇਹ ਤੁਹਾਨੂੰ ਮੈਂ ਧੰਨਵਾਦ ਤੁਹਾਡੀ ਟੀਵੀ ਨੂੰ ਕਰਦਾ, ਲੋਕਮਤ ਨੂੰ, ਵੀ ਤੁਸੀਂ ਇੱਥੇ ਆ ਕੇ ਮੈਨੂੰ ਇੱਥੇ ਮੇਰਾ ਇੰਟਰਵਿਊ ਲਿਆ। ਬਹੁਤ ਬਹੁਤ ਤੁਹਾਨੂੰ ਧੰਨਵਾਦ ਤੁਹਾਡਾ। ਮਿੱਤਰ ਸਾਹਿਬ, ਜਦੋਂ ਪ੍ਰਕਾਸ਼ ਸਿੰਘ ਬਾਦਲ ਆ ਜਿਹੜੇ, ਜਵਾਨੀ ਵੇਲੇ ਤੁਸੀਂ ਉਹਨਾਂ ਦੇ ਨਾਲ ਸੀਗੇ ਨਾ, ਔਰ ਲੰਬਾ ਸਮਾਂ ਰਹੇ ਹੋ
ਪਹਿਲਾਂ ਵੀ ਬਚਪਨ ਦੇ ਵਿੱਚ ਵੀ ਇਕੱਠੇ ਰਹੇ ਹੋ। ਸਿਆਸਤ ਦਾ ਮਿਆਰ ਆ ਜਿਹੜਾ ਬੜਾ ਗਿਰ ਗਿਆ ਹੈ ਨਾ, ਹੁਣ ਤਾਂ ਬੜਾ ਪਰਸਨਲੀ ਅਟੈਕ ਹੋਣ ਲੱਗ ਗਏ। ਬਾਦਲ ਸਾਹਿਬ ਦੀ ਇਹ ਸਿਫਤ ਰਹੀ ਹੈ ਕਿ ਉਹਨਾਂ ਨੇ ਇਸ ਤਰ੍ਹਾਂ ਦੇ ਨਾਲ ਕਦੇ ਪਰਸਨਲੀ ਅਟੈਕ ਨਹੀਂ ਕੀਤਾ। ਹੋ ਸਕਦਾ ਕਦੇ ਉਹਨਾਂ ਵੱਲੋਂ ਬਿਆਨ ਆ ਗਿਆ ਹੋਵੇ, ਪਰ ਉਹਨਾਂ ਵੱਲੋਂ ਆਖਿਆ ਗਿਆ ਕਿ ਸਿਆਸੀ ਤੌਰ ਦੇ ਉੱਤੇ ਬਿਆਨ ਆ ਨਾ। ਤਾਂ ਹੁਣ ਮਤਲਬ ਕਿਵੇਂ ਦੇਖਦੇ ਹੋ ਜਦੋਂ ਪਰਿਵਾਰ ਦੇ ਉੱਤੇ ਆ ਕੇ ਨਿੱਜੀ ਹਮਲੇ ਹੁੰਦੇ ਆ, ਜਾਂ ਪਰਿਵਾਰ ਦੇ ਉੱਤੇ ਬੇਸ਼ੱਕ ਨਵੇਂ ਲੀਡਰ ਹੋਣ ਪੁਰਾਣੇ ਲੀਡਰ ਹੋਣ, ਉਹ ਇਸ ਤਰ੍ਹਾਂ ਦੇ ਬਿਆਨ ਦਿੰਦੇ ਆ? ਤਾਂ ਦੇਖੋ ਜੀ, ਮੈਂ ਤਾਂ ਬਾਦਲ ਸਾਹਿਬ ਨੂੰ, ਸਾਡਾ ਪਰਿਵਾਰ ਇੱਕੋ ਹੀ ਹੁੰਦਾ ਸੀਗਾ। ਬਾਦਲ ਸਾਹਿਬ ਦੇ ਫਾਦਰ ਤੇ ਮੇਰੇ ਫਾਦਰ ਇਕੱਠੇ ਰਹਿੰਦੇ ਸੀਗੇ, ਇਕੱਠ ਸੀਗਾ। ਮੇਰੇ ਫਾਦਰ ਸਰਦਾਰ ਗੁਰਰਾਜ ਸਿੰਘ, ਸ਼ਾਇਦ ਤੁਹਾਨੂੰ ਪਤਾ ਨਹੀਂ ਹੋਣਾ, ਉਹ ਸਭ ਤੋਂ ਪਹਿਲਾਂ ਮੈਂਬਰ ਪਾਰਲੀਮੈਂਟ ਬਣੇ ਸੀਗੇ। ਹਾਂ, ਇਹ 1950 'ਚ ਜਦੋਂ ਪਹਿਲਾ ਆਪਣਾ ਲੋਕਤੰਤਰ ਆਪਣਾ ਜਿਵੇਂ ਆਜ਼ਾਦੀ ਤੋਂ ਬਾਅਦ ਜਦੋਂ ਆਪਣੀ ਰਿਪਬਲਿਕ ਬਣੀ ਤੇ ਇਲੈਕਸ਼ਨ ਹੋਏ ਹੈ, ਉਦੋਂ ਬਾਦਲ ਸਾਹਿਬ 22-23 ਸਾਲਾਂ ਦੇ ਸੀ ਜਦੋਂ ਮੇਰੇ ਫਾਦਰ ਨੇ ਇੱਥੋਂ ਇਲੈਕਸ਼ਨ ਲੜਿਆ ਸੀ। ਉਹਨਾਂ ਦਾ ਨਾਂ ਸਰਦਾਰ ਗੁਰਰਾਜ ਸਿੰਘ MP ਸਾਹਿਬ ਵੱਜਦੇ ਹੈ। ਉਦੋਂ ਸੀਟ ਹੁੰਦੀ ਸੀਗੀ ਫਿਰੋਜ਼ਪੁਰ ਤੋਂ ਲੈ ਕੇ ਹਿਸਾਰ ਤਾਈਂ, ਇਹ ਕੌਂਸਟੀਚੁਐਂਸੀ ਸੀ ਸਾਰੇ। ਹਾਂ, ਜੁਆਇੰਟ ਪੰਜਾਬ ਹਰਿਆਣਾ ਹਿਮਾਚਲ 'ਚ ਮੇਰਾ ਖਿਆਲ ਉਦੋਂ, ਹੁਣ ਤਾਂ 13 ਤਾਂ ਆਪਣੇ ਹੀ ਹੋ ਗਈਆਂ, ਉਦੋਂ ਸਾਰੀਆਂ 5-6 ਸੀਟਾਂ ਹੁੰਦੀਆਂ ਸੀ, ਉਹਦੇ 'ਚ ਲੜੇ ਸੀ। ਤੇ ਬਾਦਲ ਸਾਹਿਬ ਨੇ ਉਹਨੂੰ ਇੰਨੀ ਮਿਹਨਤ ਕਰਕੇ ਮੇਰੇ ਫਾਦਰ ਨੂੰ ਜਿਤਾਇਆ। ਤੇ ਫਿਰ 1957 'ਚੋਂ ਬਾਦਲ ਸਾਹਿਬ, ਮੇਰੇ ਫਾਦਰ ਨੇ ਕਿਹਾ ਵੀ ਕਾਕਾ ਤੁਸੀਂ ਸੰਭਾਲੋ, ਕਿਉਂ ਤੇਰੇ 'ਚ ਜਿਹੜੇ ਹੁਨਰ ਹੈ ਉਹ ਹੋਰ ਕਿਸੇ ਸਾਡੇ ਪਰਿਵਾਰ 'ਚ ਹੈ ਨਹੀਂ। ਉਹਨਾਂ ਨੇ ਫਿਰ ਬਾਦਲ ਸਾਹਿਬ ਨੂੰ ਮਤਲਬ ਥਾਪੀ ਦੇ ਕੇ ਤੇ 1957 ਤੋਂ ਲੈ ਕੇ ਅੱਜ ਤਾਈਂ ਮੇਰਾ ਖਿਆਲ ਉਹਨਾਂ ਨੇ 14 ਇਲੈਕਸ਼ਨ ਲੜੇ ਹੈ, 13 ਜਾਂ 14, ਤੇ ਹਰੇਕ ਇਲੈਕਸ਼ਨ 'ਚ ਉਹਨਾਂ ਨੇ ਸਫਲਤਾ ਪਾਈ ਹੈ। ਭਾਈ ਤੁਹਾਡੀ ਗੱਲ ਜਿਹੜੀ ਹੋ ਗਈ ਵੀ ਉਹ ਕਿਸੇ ਤੇ ਵਾਰ ਨਹੀਂ ਕਰਦੇ, ਉਹ ਤਾਂ ਇਹਨਾਂ ਦਾ ਚੰਗਾ ਸੁਭਾਅ ਹੈ। ਮਤਲਬ ਲੋਕ ਤਾਂ ਕਹਿੰਦੇ ਜੀ ਐ ਕਰਦੇ ਆ ਸੋਸ਼ਲ ਮੀਡੀਆ ਤੇ ਗਲਤ ਗੱਲਾਂ, ਉਹ ਇੱਕ ਕੀੜੀ ਨਹੀਂ ਮਾਰ ਸਕਦੇ। ਮੈਂ ਤੁਹਾਨੂੰ ਇਹ ਯਕੀਨੀ ਦੱਸਦਾ ਵੀ ਉਹ ਇੱਕ ਚਿੜੀ ਨਹੀਂ ਮਾਰ ਸਕਦੇ, ਉਹ ਇੱਕ ਕੀੜੀ ਨਹੀਂ ਮਾਰ ਸਕਦੇ। ਤੇ ਦੋਸ਼ ਕਿੱਡੇ ਕਿੱਡੇ ਲਾਈ ਜਾਂਦੇ ਹੈਗੇ, ਉਹ ਵੀ ਪ੍ਰਕਾਸ਼ ਸਿੰਘ ਬਾਦਲ ਦੇ ਨਾਂ ਤੇ। ਚਲੋ ਹੋਰ ਤੇ ਲਾ ਕੇ ਅੱਡ ਗੱਲ ਹੈ। ਇਹੋ ਜਿਹੀ ਸ਼ਖਸੀਅਤ ਤੇ ਜਿਨ੍ਹਾਂ ਨੇ 72 ਸਾਲ ਆਪਦੀ ਸਿਆਸੀ ਜਿਹੜੀ ਜ਼ਿੰਦਗੀ ਹੈ ਉਹ ਸੇਵਾ ਚਲਾਤੀ ਹੈ। ਆ ਬੰਦਿਆਂ ਨੂੰ ਪੁੱਛੋ, ਇਹਨਾਂ ਨੂੰ ਕਿੱਥੇ ਭਾਗੂ ਪਿੰਡ ਸੀ, ਇੱਥੇ ਪਾਣੀ ਨਹੀਂ ਆਉਂਦਾ ਸੀ, ਸਪੈਸ਼ਲ ਇਹਨਾਂ ਨੇ ਉਹ ਲਾ ਕੇ ਲਿਫਟ ਪੰਪ ਇਹਨਾਂ ਨੂੰ ਦਿੱਤਾ। ਕੋਈ ਵੀ ਮੈਨੂੰ ਐਂ ਦੱਸੇ ਵੀ ਵਰਲਡ ਦਾ ਲੀਡਰ ਜਿਹਨੇ ਜੇਲ੍ਹ ਕੱਟੀ ਹੋਵੇ, ਖਾਲੀ ਨੈਲਸਨ ਮੰਡੇਲਾ ਸੀ ਜਿਹੜਾ ਅਪਾਰਥਾਈਡ ਦੇ ਐਂਟੀ, ਉਹਨੇ 27 ਸਾਲ ਜੇਲ੍ਹ ਕੱਟੀ ਸੀ। ਉਸ ਤੋਂ ਮਗਰੋਂ ਸਰਦਾਰ ਪ੍ਰਕਾਸ਼ ਸਿੰਘ ਬਾਦਲ ਸੀ ਜਿਨ੍ਹਾਂ ਨੇ 17 ਸਾਲ ਜੇਲ੍ਹ ਕੱਟੀ ਹੈ। ਆਪਾਂ ਕਹਿੰਦੇ ਆ ਨਾ ਜੀ ਫਾਦਰ ਆਫ ਦਾ ਨੇਸ਼ਨ ਹੈਗੇ ਆਪਣੇ ਗਾਂਧੀ ਜੀ, ਬਹੁਤ ਸਤਿਕਾਰਯੋਗ ਸੀ, ਬਹੁਤ ਹੀ ਆਪਾਂ ਨੂੰ ਆਜ਼ਾਦੀ ਦਵਾਈ। ਉਹਨਾਂ ਨੇ ਕੋਈ ਦੱਸ ਸਕਦਾ ਕਿੰਨੀ ਜੇਲ੍ਹ ਕੱਟੀ ਸੀ? ਉਹਨਾਂ ਨੇ 6 ਸਾਲ ਤੇ 9 ਮਹੀਨੇ ਜੇਲ੍ਹ ਕੱਟੀ ਸੀ। ਤੇ ਬਾਦਲ ਸਾਹਿਬ ਨੇ ਆਪਦੀ 17 ਸਾਲ ਜੇਲ੍ਹ ਕੱਟੀ ਹੈ, ਆਪਣੇ ਆਸਤੇ ਨਹੀਂ, ਆਪਣੇ ਕੌਮ ਵਾਸਤੇ, ਆਪਣੇ ਸੂਬੇ ਵਾਸਤੇ, ਆਪਣੇ ਦੇਸ਼ ਵਾਸਤੇ। ਸੋ ਜਿਹੜੀਆਂ ਇਹ ਸੋਸ਼ਲ ਮੀਡੀਆ ਤੇ ਕਰੀ ਜਾਂਦੇ ਆ, ਨਾ ਕੋਈ ਇਹਨਾਂ ਨੂੰ ਰੋਕ ਸਕਦਾ, ਕਰੀ ਜਾਣ। ਪਰ ਪਬਲਿਕ ਹੁਣ ਬਹੁਤ ਸਿਆਣੀ ਹੈ, ਸਾਰੀ ਸਮਝਦੀ ਹੈ, ਕੋਈ ਐਡੀ ਗੱਲ ਨਹੀਂ ਗੀ। ਮੈਂ ਪਰਿਵਾਰ ਵੱਲ ਵੀ ਆਉਣਾ ਸੀ, ਤੁਸੀਂ ਖੈਰ ਪਹਿਲਾਂ ਹੀ ਜ਼ਿਕਰ ਕਰਤਾ। ਆਪਾਂ ਸੋਸ਼ਲ ਮੀਡੀਆ ਦੀ ਗੱਲ ਹੀ ਕਰ ਲੈਂਦੇ ਹਾਂ। ਜਿਸ ਤਰ੍ਹਾਂ ਦੇ ਨਾਲ ਦੋਸ਼ ਲਾਉਂਦੇ ਸੋਸ਼ਲ ਮੀਡੀਆ ਦੇ ਉੱਤੇ ਕਿ ਯਾਰ ਪ੍ਰਚਾਰਿਆ ਜਾਂਦਾ ਕਿ ਯਾਰ ਨਸ਼ਾ ਵਿਕਾਉਣ ਲਾਤਾ, ਹੈ ਨਾ, ਤੁਸੀਂ ਸਮਝਦੇ ਹੋ ਇਸ ਚੀਜ਼ ਨੂੰ? ਔਰ ਖਾਸ ਕਰਕੇ ਬੇਅਦਬੀ ਦੇ ਮਸਲੇ ਦੇ ਉੱਤੇ ਵੀ ਟਾਰਗੇਟ ਕੀਤਾ ਜਾ ਰਿਹਾ ਨਾ, ਕਿਵੇਂ ਦੇਖਦੇ ਹੋ ਇਹਨਾਂ ਦੋਨਾਂ ਚੀਜ਼ਾਂ ਨੂੰ? ਦੇਖੋ, ਨਸ਼ਾ ਜੀ ਮਜੀਠੀਆ ਸਾਹਿਬ ਤੇ ਲਾਉਂਦੇ ਹੈ। ਮਜੀਠੀਆ ਸਾਹਿਬ ਜਿੰਨਾ ਗੁਰਸਿੱਖ ਤੇ ਅੰਮ੍ਰਿਤਧਾਰੀ ਤੇ ਪਾਠ ਕਰਨ ਵਾਲਾ, ਮੇਰਾ ਖਿਆਲ ਸ਼ਾਇਦ ਹੀ ਕੋਈ ਇਹੋ ਜਿਹਾ ਪਰਿਵਾਰ ਹੋਊਗਾ। ਉਹਨਾਂ ਦੇ ਘਰੇ ਉਹਨਾਂ ਦੇ ਫਾਦਰ ਮਦਰ ਦਿਨ ਰਾਤ ਉੱਥੇ ਪਾਠ ਚੱਲਦਾ। ਉਹ ਆਪ ਮਜੀਠੀਆ ਸਾਹਿਬ ਤੇ ਉਹਨਾਂ ਦੀ ਮਿਸਿਸ, ਉਹ ਰੋਜ਼ 2-2.5 ਘੰਟੇ ਨਿਤਨੇਮ ਦਾ ਪਾਠ ਕਰਦੇ ਹੈ। ਸੋ ਇਹੋ ਜਿਹੇ ਬੰਦੇ ਤੇ ਲਾਉਣਾ, ਦੋਸ਼ ਲਾਉਣ ਨੂੰ ਤਾਂ ਕੁਛ ਕਿਸੇ ਤੇ ਵੀ ਲਾ ਸਕਦੇ ਹੋ, ਪਰ ਉਹਨੂੰ ਪ੍ਰੂਵ ਕਰਨਾ ਫਿਰ ਦੇਖਾਂਗੇ ਕਿ ਕਿਵੇਂ ਕਰ ਸਕਦੇ। ਹਾਂਜੀ ਹਾਂਜੀ ਸਾਹਿਬ, ਪਰਿਵਾਰ ਬਾਰੇ ਆਪਾਂ ਵਾਪਸ ਚੱਲਦੇ ਹਾਂਗੇ। ਜਿਸ ਤਰ੍ਹਾਂ ਤੁਸੀਂ ਦੱਸਿਆ ਤੁਹਾਡੇ ਫਾਦਰ ਸਾਹਿਬ ਸੀਗੇ MP, ਹੈ ਨਾ, ਤੇ ਉਸ ਵੇਲੇ ਮਤਲਬ ਪ੍ਰਕਾਸ਼ ਸਿੰਘ ਬਾਦਲ ਸੀ, ਉਹਨਾਂ ਦਾ ਕੀ ਮਤਲਬ ਕਿਸ ਤਰ੍ਹਾਂ ਦਾ ਸੀਗਾ? ਤੁਸੀਂ ਗੱਲਾਂ ਸੁਣਦੇ ਹੋਵੋਗੇ ਜਾਂ ਉਹਨਾਂ ਤੋਂ ਜਾਂ ਪਰਿਵਾਰਕ ਮੈਂਬਰਾਂ ਤੋਂ? ਦੇਖੋ ਜੀ, ਸ਼ੁਰੂ ਚੋਂ ਹੀ ਬਾਦਲ ਸਾਹਿਬ ਦੇ ਵਿੱਚ ਇੰਨਾ ਸੋਸ਼ਲ ਵਰਕ ਕਰਨ ਦਾ
ਉਹ ਜਜ਼ਬਾ ਸੀਗਾ, ਉਹ ਪਹਿਲਾਂ ਆਪਦੇ ਪਿੰਡ ਦੇ ਸਰਪੰਚ ਬਣੇ, ਫਿਰ ਬਲਾਕ ਸੰਮਤੀ ਮੈਂਬਰ ਬਣੇ, ਫਿਰ ਜ਼ਿਲ੍ਹਾ ਪਰਿਸ਼ਦ ਦੇ ਮੈਂਬਰ ਬਣੇ, ਫਿਰ MLA 57 'ਚ ਉਹਨਾਂ ਨੇ ਪਹਿਲਾ MLA ਦਾ ਇਲੈਕਸ਼ਨ ਲੜਿਆ। ਅਤੇ ਉਹ ਵੀ, ਇਹ ਵੀ ਸ਼ਾਇਦ ਤੁਹਾਨੂੰ ਨਹੀਂ ਪਤਾ ਹੋਣਾ, ਆਪਾਂ ਉਦੋਂ ਫਾਜ਼ਿਲਕਾ ਤਹਿਸੀਲ ਹੁੰਦੀ ਸੀ, ਲੰਮੀ ਕੋਈ ਮਲੋਟ ਨਹੀਂ ਸੀਗਾ, ਕੋਈ ਮੁਕਤਸਰ ਨਹੀਂ ਸੀ, ਕੋਈ ਉਹ ਨਹੀਂ ਸੀ, ਆਪਣੀ ਤਹਿਸੀਲ ਹੁੰਦੀ ਸੀ ਫਾਜ਼ਿਲਕਾ। ਅਤੇ ਪਹਿਲਾ ਇਲੈਕਸ਼ਨ ਉਹਨਾਂ ਨੇ ਇੱਥੋਂ ਲੜਿਆ ਸੀਗਾ। ਉਸ ਤੋਂ ਮਗਰੋਂ ਲੰਮੀ ਸੀਟ ਰਿਜ਼ਰਵ ਹੋ ਗਈ, ਇਹ ਫਿਰ ਗਿੱਦੜਵੇ ਜਾ ਕੇ ਉਹਨਾਂ ਨੇ 6-7 5-6 ਇਲੈਕਸ਼ਨ ਉੱਥੋਂ ਲੜੇ ਹੈ। ਬਾਕੀ ਜਦੋਂ 97 'ਚ ਐਮਰਜੈਂਸੀ ਤੋਂ ਮਗਰੋਂ ਆਪਣਾ ਇਲੈਕਸ਼ਨ ਹੋਇਆ, ਐਮਰਜੈਂਸੀ ਤੋਂ ਨਹੀਂ, ਜਦੋਂ 97 'ਚ ਦੁਬਾਰਾ ਇਲੈਕਸ਼ਨ ਹੋਇਆ ਹੈਗਾ, ਉਦੋਂ ਆਪਣਾ ਉਹ ਲੰਮੀ ਤੋਂ ਲੜਨਾ ਸ਼ੁਰੂ ਕੀਤਾ। ਅਤੇ 5 ਇਲੈਕਸ਼ਨ ਉਹਨਾਂ ਨੇ ਹੁਣ ਇੱਥੋਂ ਲੜੇ, ਹੁਣ 6ਵਾਂ ਇਲੈਕਸ਼ਨ ਆਪਾਂ ਲੰਮੀ ਤੋਂ ਲੜਨ ਜਾ ਰਹੇ। ਉਸ ਵੇਲੇ ਕਿਵੇਂ ਦਾ ਮੁਕਾਬਲਾ ਹੁੰਦਾ ਸੀ? ਉਸ ਵੇਲੇ ਵੀ ਇਸੇ ਤਰ੍ਹਾਂ ਦੇ ਨਾਲ ਟੱਕਰਾਂ ਹੁੰਦੀਆਂ ਸੀ ਜਾਂ ਕਿਵੇਂ ਦਾ ਹੁੰਦਾ ਸੀਗਾ? ਮਤਲਬ ਜੇ ਕਿਵੇਂ ਬਦਲ ਗਿਆ ਸਿਸਟਮ ਸਾਰਾ? ਦੇਖੋ ਜੀ, ਬਾਦਲ ਸਾਹਿਬ ਦਾ ਤਾਂ ਮੁਕਾਬਲਾ ਕੋਈ ਹੁੰਦਾ ਹੀ ਨਹੀਂ ਸੀਗਾ। ਉਹ ਹਰੇਕ ਵਾਰੀ ਉਦੋਂ ਮਤਲਬ ਇੰਨਾ ਸੀਗਾ ਵੀ ਇੰਨਾ ਉਤਸ਼ਾਹ ਨਹੀਂ ਹੁੰਦਾ ਸੀ। ਜਿਵੇਂ ਹੁਣ 2 ਲੱਖ ਵੋਟ ਹੈ ਸਮਝੋ ਆਪਣੇ ਲੰਮੀ 'ਚ, ਸ਼ਾਇਦ ਘੱਟ ਵੱਧ ਹੋਵੇ 2-4 ਹਜ਼ਾਰ ਇੱਧਰ ਉੱਧਰ, ਉਹਦੇ 'ਚੋਂ 60% ਉਦੋਂ ਵੋਟ ਪੈਂਦੀ ਸੀ। ਕਿਉਂ? ਉੱਥੇ ਪ੍ਰਚਾਰ ਕਰਨਾ ਵੀ ਨਹੀਂ ਐਡਾ ਸੌਖਾ ਹੁੰਦਾ ਸੀ, ਸਾਧਨ ਨਹੀਂ ਹੁੰਦੇ ਸੀਗੇ। ਜਿਵੇਂ ਮੈਂ ਤੁਹਾਨੂੰ ਦੱਸਦਾ ਵੀ ਮੇਰੇ ਫਾਦਰ ਜਦੋਂ ਲੜੇ, ਉਹਨਾਂ ਦਾ ਹਲਕਾ ਫਿਰੋਜ਼ਪੁਰ ਤੋਂ ਹਿਸਾਰ ਸੀਗਾ, ਅਤੇ ਸਾਡੇ ਕੋਲੇ ਗੱਡੀ ਸੀਗੀ ਸਾਰੇ ਪਰਿਵਾਰ ਕੋਲੇ ਇੱਕ। ਹਾਂ ਅਤੇ ਹੁਣ ਤੁਸੀਂ ਦੇਖ ਲਓ ਵੀ ਉਹਨੇ ਵੋਟਰਾਂ ਨੂੰ, ਕਿੰਨੇ ਵੋਟਰਾਂ ਨੂੰ ਤੁਸੀਂ ਮਿਲ ਸਕਦੇ ਸੀ ਉਦੋਂ। ਹੁਣ ਤਾਂ ਟੈਲੀਫੋਨ 'ਤੇ ਹੀ ਤੁਸੀਂ ਕਰੀ ਜਾਓ ਅਤੇ ਤੁਹਾਡਾ ਪ੍ਰਚਾਰ ਹੋ ਹੀ ਜਾਂਦਾ। ਅਤੇ ਪੂਰਾ ਕਿਵੇਂ ਹੁੰਦਾ ਸੀਗਾ ਜੀ? ਇੱਕ ਗੱਡੀ ਸੀਗੀ ਹੈ ਪੂਰਾ, ਬਸ ਉਦੋਂ ਇਲੈਕਸ਼ਨ ਐ ਹੁੰਦਾ ਸੀਗਾ ਮਾਨ ਸਾਹਿਬ, ਉਦੋਂ ਜਿਵੇਂ ਭਾਗੂ ਦਾ ਮੋਤਬਾਰ ਬੰਦਾ ਰਾਜਪਾਲ ਸਿੰਘ ਹੈ, ਅਸੀਂ ਉਹਨੂੰ ਜਾ ਕੇ ਮਿਲ ਲੈਂਦੇ ਸੀ, ਅਸੀਂ ਤਾਂ ਨਹੀਂ, ਮੇਰੇ ਬਜ਼ੁਰਗ, ਅਤੇ ਉਹਨਾਂ ਨੂੰ ਕਹਿ ਦਿੰਦੇ ਸੀ ਵੀ ਕਾਕਾ ਇਲੈਕਸ਼ਨ ਆ ਗਿਆ ਹੈਗਾ ਅਤੇ ਹੁਣ ਤੇਰੇ ਜੁੰਮੇ ਹੈ। ਉਦੋਂ ਮਤਲਬ ਜਿਹੜੀ ਪਿੰਡਾਂ ਦੀ ਸਿਆਸਤ, ਉਹ ਐ ਨਹੀਂ ਸੀਗੀ ਵੀ ਮੈਂ ਪੰਚ ਬਣਨਾ, ਸਰਪੰਚ ਬਣਨਾ, ਫਲਾਨਾ ਬਣਨਾ, ਟਿਮਕਾ ਬਣਨਾ, ਫੋਟੋ ਖਿਚਾਉਣੀ ਹੈ, ਨਹੀਂ ਖਿਚਾਉਣੀ, ਅੱਗੇ ਜਾਣਾ, ਪਿੱਛੇ ਜਾਣਾ। ਉਦੋਂ ਬਹੁਤ ਹੀ ਸ਼ਾਸਤਾ ਐਟਮੋਸਫੇਅਰ ਸੀਗਾ। ਅਤੇ ਜੇ ਮੈਂ ਰਾਜਪਾਲ ਨੂੰ ਕਹਿ ਦਿੰਦਾ ਵੀ ਕਾਕਾ ਕੱਲ੍ਹ ਨੂੰ ਐਂ ਕਰਕੇ ਤੇਰੇ ਕੋਲੇ ਆਵਾਂਗੇ ਅਤੇ ਪਿੰਡ ਨੂੰ ਇਕੱਠਾ ਕਰ ਲਈ, ਉਹ ਪਿੰਡ ਨੂੰ ਇਕੱਠਾ ਕਰ ਲੈਂਦਾ, ਪਰ ਉਹਦੀ ਡਿਊਟੀ ਲੱਗ ਜਾਂਦੀ, ਦੁਬਾਰਾ ਉੱਥੇ ਜਾਣ ਦੀ ਤੁਹਾਨੂੰ ਲੋੜ ਨਹੀਂ ਹੁੰਦੀ ਸੀ। ਸੋ ਆਹ ਉਦੋਂ ਸਿਆਸਤ ਸੀਗੀ। ਇੱਕ ਮੁਤਬਰ 2 ਹੋ ਜਾਂਦੇ ਕਿਸੇ ਪਿੰਡ 'ਚ, ਬਸ ਉਹਨਾਂ ਉੱਤੇ ਫਿਰ ਛੱਡ ਕੇ ਇਹ ਇਲੈਕਸ਼ਨ ਲੜੇ ਜਾਂਦੇ ਸੀ। ਅੱਜ ਸ਼ਰਤਾਂ ਵਾਲਾ ਵੀ ਹਿਸਾਬ ਕਿਤਾਬ ਨਹੀਂ ਸੀ ਵੀ ਸ਼ਰਤ ਰੱਖਤੀ ਜੀ ਸਾਡਾ ਕੰਮ ਪਿਆ, ਸਾਡਾ ਕੰਮ ਪਿਆ। ਨਹੀਂ, ਉਦੋਂ ਸਾਰੇ ਆ ਟਿੱਬੇ ਹੁੰਦੇ ਸੀ ਜੀ, ਇਹਨਾਂ ਨੂੰ ਪੁੱਛੋ, ਇਹ ਪਾਣੀ ਨਹੀਂ ਲੱਗਦਾ ਸੀ ਇੱਥੇ। ਲੋਕ ਹਿਰਨਾਂ ਦਾ ਮਤਲਬ ਐ ਹਿਰਨ ਤੁਰੇ ਫਿਰਦੇ ਸੀ ਇੱਥੇ, ਤਲੌਰਾਂ ਤੁਰੀਆਂ ਫਿਰਦੀਆਂ ਸੀਗੀਆਂ ਜਿਹੜੀਆਂ ਰਾਜਸਥਾਨ 'ਚ, ਰੇਗਿਸਤਾਨ 'ਚ ਆਪਾਂ ਦੇਖਦੇ ਹਾਂ। ਉਦੋਂ ਤਾਂ ਬਸ ਆਪਦਾ ਵਿਚਾਰੇ ਕਿਰਤ ਕਰਦੇ, ਜੇ ਮੀਂਹ ਪੈ ਜਾਂਦਾ ਤਾਂ ਛੋਲੇ ਹੋ ਜਾਂਦੇ, ਨਹੀਂ ਤਾਂ ਫਿਰ ਬਰਾਨੀ ਰਹਿ ਜਾਂਦਾ। ਸੋ ਉਹ ਸਿਸਟਮ ਵੈਸੇ ਬਹੁਤ ਵਧੀਆ ਸੀ। ਉਦੋਂ ਬੰਦਾ ਜਿੰਨਾ ਹੁੰਦਾ ਸੀ ਉਹਦੇ ਨਾਲ ਹੀ ਖੁਸ਼ ਸੀਗਾ। ਹੁਣ ਤਾਂ ਜਿੰਨਾ ਹੋ ਜੇ ਉਹ ਫਿਰ ਵੀ ਨਹੀਂ ਖੁਸ਼। ਉਹ ਕਹਿੰਦਾ ਯਾਰ ਮੈਨੂੰ ਆਹ ਵੀ ਮੈਂ ਲਿਆਵਾਂ, ਆਹ ਵੀ ਲਿਆਵਾਂ, ਆਹ ਵੀ ਹੋਵੇ। ਸੋ ਆਹ ਡਿਫਰੈਂਸ ਹੈਗਾ ਉਦੋਂ ਦਾ ਅਤੇ ਹੁਣ ਦਾ। ਅੱਛਾ, ਉਸ ਤੋਂ ਬਾਅਦ ਇਲੈਕਸ਼ਨ ਦੇ ਵਿੱਚ ਕਾਂਗਰਸ ਦੇ ਵਿੱਚ ਆ ਕੇ ਤੁਹਾਡੇ ਪਰਿਵਾਰ ਦੇ ਮੈਂਬਰ ਸੀਗੇ ਜਿਹੜੇ ਜਿਸ ਤਰ੍ਹਾਂ ਦੇ ਨਾਲ ਮਹੇਸ਼ਿੰਦਰ ਬਾਦਲ ਵੀ ਲੜਦੇ ਰਹੇ ਆ, ਟਰਾਂਸਪੋਰਟ ਮੰਤਰੀ ਵੀ ਰਹੇ ਨੇ, ਉਹ ਵੀ ਲੜਦੇ ਰਹੇ ਹੈ ਨਾ। ਉਦੋਂ ਦਾ ਫਿਰ ਕਿਵੇਂ ਮਤਲਬ ਰਹਿੰਦਾ ਸੀ ਪਰਿਵਾਰ? ਉਦੋਂ ਕਿਵੇਂ ਮੈਨੇਜ ਕਰਦੇ ਸਭ ਕੁਝ? ਦੇਖੋ ਜੀ, ਮਹੇਸ਼ਿੰਦਰ ਬਾਦਲ ਜੀ ਤਾਂ ਪਹਿਲਾ ਆਪਦਾ ਇਲੈਕਸ਼ਨ ਉਦੋਂ ਉਹ ਲੜੇ ਸੀਗੇ, ਆਜ਼ਾਦ ਲੜੇ ਸੀ, ਕਾਂਗਰਸ 'ਚ ਨਹੀਂ ਲੜੇ ਸੀਗੇ। ਉਸ ਤੋਂ ਪਹਿਲਾਂ ਹਰਦੀਪਿੰਦਰ ਸਿੰਘ ਸ਼੍ਰੋਮਣੀ ਅਕਾਲੀ ਦਲ ਵੱਲੋਂ ਲੜੇ ਸੀ। 2 ਵਾਰੀ ਆਪਾਂ ਸੀਟ ਉਹਨਾਂ ਨੂੰ ਲੰਮੀ ਦੀ ਸ਼੍ਰੋਮਣੀ ਅਕਾਲੀ ਦਲ ਵੱਲੋਂ ਦਿੱਤੀ ਸੀ। ਅਤੇ ਜਦੋਂ ਟਰਾਂਸਪੋਰਟ ਮੰਤਰੀ ਬਣੇ ਹੈ, ਉਦੋਂ ਬਰਨਾਲਾ ਸਾਹਿਬ ਦੀ ਸਰਕਾਰ ਬਣ ਗਈ ਸੀ, ਅਤੇ ਬਰਨਾਲਾ ਸਾਹਿਬ 'ਚ ਉਹ ਟਰਾਂਸਪੋਰਟ ਮੰਤਰੀ ਸੀਗੇ। ਉਸ ਤੋਂ ਮਗਰੋਂ ਜਿਹੜਾ ਕੋਈ ਇਲੈਕਸ਼ਨ ਹੋਇਆ ਅਤੇ ਫਿਰ ਮਹੇਸ਼ਿੰਦਰ ਬਾਦਲ ਜੀ, ਬਾਦਲ ਸਾਹਿਬ ਦੇ ਉਲਟ ਐਜ਼ ਇੰਡੀਪੈਂਡੈਂਟ ਖੜ੍ਹੇ ਹੋਏ ਸੀ, ਐਜ਼ ਇੰਡੀਪੈਂਡੈਂਟ। ਹਾਂ, ਉਸ ਤੋਂ ਮਗਰੋਂ ਫਿਰ ਉਹ ਕਾਂਗਰਸ 'ਚ ਗਏ ਸੀ। ਉਦੋਂ ਮੁਕਾਬਲਾ ਕਿਵੇਂ ਦਾ ਹੁੰਦਾ ਸੀ? ਉਦੋਂ ਮੁਕਾਬਲਾ ਸਖਤ ਮੁਕਾਬਲਾ ਸੀ, ਕਿਉਂਕਿ ਉਹਨਾਂ ਦੇ ਪਰਿਵਾਰ ਦੇ ਵੀ ਸਰਦਾਰ ਤੇਜਾ ਸਿੰਘ ਜਿਹੜੇ ਸੀਗੇ ਉਹ ਵੀ ਬਹੁਤ ਉਹ ਸੀਗੇ, ਮੋਢੀ ਸੀਗੇ। ਪਰ ਫਿਰ ਵੀ ਬਾਦਲ ਸਾਹਿਬ ਨੂੰ ਹਰਾਉਣਾ ਤਾਂ ਬਹੁਤ ਹੀ
ਔਖਾ ਸੀ। ਉਦੋਂ ਵੀ ਅਸੀਂ 10,000 ਵੋਟ ਤੇ, ਪਹਿਲਾ ਇਲੈਕਸ਼ਨ ਹੈ ਉਦੋਂ ਬਾਦਲ ਸਾਹਿਬ 10,000 ਵੋਟ ਤੇ ਜਿੱਤੇ ਸੀ। ਫਿਰ ਤਾਂ ਲੀਡ ਵੱਧਦੀ ਗਈ। ਹੁਣ ਪਿਛਲਾ ਇਲੈਕਸ਼ਨ ਅਸੀਂ ਮੇਰੇ ਖਿਆਲ 25,000 ਕਿ 24,000 ਵੋਟ ਤੇ ਕੈਪਟਨ ਸਾਹਿਬ ਨੂੰ ਆਪਾਂ ਸ਼ਿਕਸਤ ਦਿੱਤੀ ਹੈ। ਉਦੋਂ ਨਾਲੋਂ ਆਹ ਮੁਕਾਬਲਾ ਜਿਹੜਾ ਹੋਣ ਵਾਲਾ, ਮਤਲਬ ਜੇ ਆਪਾਂ ਗੱਲ ਕਰ ਲਈਏ, ਇਹ ਮੁਕਾਬਲਾ ਉਹਦੇ ਨਾਲ ਸੌਖਾ ਫਿਰ ਤੁਹਾਡੇ ਹਿਸਾਬ ਨਾਲ? ਇਹ ਤਾਂ ਹੈ ਹੀ ਨਹੀਂ ਮੁਕਾਬਲਾ ਜੀ, ਕਾਹਦਾ ਮੁਕਾਬਲਾ ਹੈ। ਕਾਂਗਰਸ ਦੀ ਤਾਂ ਟਿਕਟ ਲੈਣ ਨੂੰ ਤਿਆਰ ਨਹੀਂ ਸੀ ਕੋਈ। ਉਹ ਕਹਿੰਦਾ ਸੀ ਤੂੰ ਲੈ ਲਾ, ਉਹ ਕਹਿੰਦਾ ਤੂੰ ਲੈ ਲਾ, ਪਤਾ ਹੈ ਨਾ ਤੁਹਾਨੂੰ, ਹੈ ਨਾ। ਸੋ ਹੁਣ ਸਾਡੇ ਹਿਸਾਬ 'ਚ ਤਾਂ ਕੋਈ ਮੁਕਾਬਲਾ ਨਹੀਂ। ਅਸੀਂ ਤਾਂ ਇਹ ਐਲਾਨ ਕਰਤਾ ਹੈਗਾ ਵੀ ਐਤਕੀ ਅਸੀਂ ਰਿਕਾਰਡ ਤੋੜ ਵੋਟਾਂ ਨਾਲ ਜਿਤਾ ਕੇ ਬਾਦਲ ਸਾਹਿਬ ਨੂੰ, ਤੇ ਅਸੀਂ ਦਿਖਾਵਾਂਗੇ ਵੀ ਲੰਮੀ ਹਲਕਾ ਉਹਨਾਂ ਨੂੰ ਕਿੰਨਾ ਕੁ ਚਾਹੁੰਦਾ ਹੈ। ਔਰ ਜਥੇਦਾਰ ਖੁੱਡੀਆਂ ਪਰਿਵਾਰ ਆ ਜਿਹੜਾ, ਉਹ ਵੀ ਪਹਿਲਾਂ ਕਾਂਗਰਸ 'ਚ ਰਿਹਾ, ਮਹੇਸ਼ਿੰਦਰ ਜੀ ਨਾਲ ਵੀ ਨਜ਼ਦੀਕੀਆਂ ਰਹੀਆਂ। ਉਹਨਾਂ ਦਾ ਕੋਈ ਫਰਕ ਲੱਗੇਗਾ ਕਿ ਜਿਸ ਤਰ੍ਹਾਂ ਦੇ ਨਾਲ ਪਹਿਲਾਂ ਉਹਨਾਂ ਦੇ ਬੇਟੇ ਦੀਆਂ ਚਰਚਾਵਾਂ ਸੀਗੀਆਂ ਫਤਿਹ ਜੀ ਦੀਆਂ ਕਿ ਉਹ ਇਲੈਕਸ਼ਨ ਲੜਨਗੇ, ਬੇਸ਼ੱਕ ਬਾਅਦ ਦੇ ਵਿੱਚ ਜਗਪਾਲ ਅਬੁਲ ਖੁਰਾਣਾ ਆ ਗਏ ਮੈਦਾਨ ਦੇ ਵਿੱਚ, ਤਾਂ ਉਸ ਚੀਜ਼ ਨਾਲ ਕੋਈ ਫਰਕ ਪਏਗਾ? ਦੇਖੋ ਜੀ, ਫਰਕ ਤਾਂ ਹੁਣ ਜਿਹੜੇ ਆਪ ਵਾਲੇ ਐਵੇਂ ਦੇਈ ਜਾਂਦੇ ਆ ਜੀ, ਅਸੀਂ ਆਹ ਕਰ ਦਿਆਂਗੇ, ਅਸੀਂ ਉਹ ਕਰ ਦਿਆਂਗੇ, ਉਹ ਹੁਣ ਹੋ ਹੀ ਨਹੀਂ ਸਕਦਾ। ਸਰਕਾਰ ਕੋਲੇ, ਕਿਸੇ ਸਰਕਾਰ ਕੋਲੇ ਇੰਨਾ ਖਜ਼ਾਨਾ ਨਹੀਂ ਹੁੰਦਾ ਵੀ ਆਪਾਂ ਜਿਵੇਂ ਇਹਨਾਂ ਨੇ ਕੀਤੀ ਹੈ ਜੀ ਵੀ ਇੰਨੇ ਪੈਸੇ ਦੇ ਦਿਆਂਗੇ, ਅਸੀਂ ਆਹ ਕਰ ਦਿਆਂਗੇ, ਫ੍ਰੀ ਕਰ ਦਿਆਂਗੇ। ਬਹੁਤ ਔਖਾ ਹੈ ਉਹਨਾਂ ਤੇ ਆਉਣ ਤਾਂ, ਕਿਉਂ ਜਿਹੜਾ ਵੀ ਵਾਅਦਾ ਬਾਦਲ ਸਾਹਿਬ ਕਰਦੇ ਹੈ, 10 ਸਾਲ ਆਪਣੀ ਸਰਕਾਰ ਰਹੀ ਸੀ, ਕੁਛ ਵੀ ਤੁਸੀਂ ਪੁੱਛ ਲਓ ਵੀ ਜਿਹੜਾ ਵੀ ਮੈਨੀਫੈਸਟੋ 'ਚ ਉਹਨਾਂ ਨੇ ਕੀਤਾ, ਉਹ ਇੱਕ ਵੀ ਕੰਮ ਅਧੂਰਾ ਨਹੀਂ ਰਿਹਾ। ਜਿਹੜਾ ਕੋਈ ਅਧੂਰਾ ਰਹਿ ਗਿਆ ਸੀਗਾ ਉਹ ਵੀ ਤਾਂ ਕਰਕੇ ਵੀ ਫੰਡਸ ਬਾਦਲ ਸਾਹਿਬ ਨੇ ਦੇਤੇ ਸੀਗੇ, ਤੇ ਪਰ ਆਪਣੀ ਸਰਕਾਰ ਪਿਛਲੀ ਵਾਰੀ ਨਹੀਂ ਬਣੀ। ਪਰ ਉਹ ਵੀ ਕੰਮ ਜਿਹੜੇ ਬਾਦਲ ਸਾਹਿਬ ਨੇ ਉਦੋਂ ਫੰਡ ਦਿੱਤੇ ਸੀਗੇ, ਉਹ ਵੀ ਕੰਮ ਹੁਣ ਹੋ ਹੀ ਜਾਂਦੇ ਹੈ। ਇਹ ਕਾਂਗਰਸ ਵਾਲੇ ਨਹੀਂ ਇਹਨਾਂ ਨੇ ਫੰਡ ਦਿੱਤਾ ਕੋਈ, ਜਿਵੇਂ ਕੋਈ ਬਣ ਰਹੀ ਹੈ, ਸੜਕ ਬਣ ਰਹੀ ਹੈ ਜਾਂ ਕੋਈ ਪੱਕੇ ਖਾੜ ਬਣ ਰਹੇ ਹੈ, ਇਹ ਬਾਦਲ ਸਾਹਿਬ ਦਾ ਫੰਡ ਜਿਹੜਾ ਸੀ ਨਾ ਪਹਿਲਾਂ ਹੀ ਉਹ ਪਾ ਗਏ ਸੀਗੇ, ਤੇ ਉਸ ਦੇ ਕਾਰਨ ਇਹ ਥੋੜ੍ਹੀ ਮੋਟੀ ਹੋ ਰਹੀ ਹੈ। ਬਾਕੀ ਖੁੱਡੀਆਂ ਸਾਹਿਬ ਦਾ ਵੀ ਸਿੱਖ ਅਕਾਲੀ ਦਲ 'ਚ ਹੀ ਹੁੰਦੇ ਸੀ। ਇਹਨਾਂ ਦੇ ਫਾਦਰ, ਉਹਨਾਂ ਨੂੰ ਚੇਅਰਮੈਨ ਬਾਦਲ ਸਾਹਿਬ ਨੇ ਬਣਾਇਆ ਸੀ ਮੰਡੀ ਬੋਰਡ ਦਾ। ਇਹ ਵੀ ਸ਼ਾਇਦ ਤੁਹਾਨੂੰ ਨਹੀਂ ਪਤਾ ਹੋਣਾ। ਜਦੋਂ ਸਰਕਾਰ ਆਪਣੀ ਆਈ ਹੈ 77 'ਚ, ਉਦੋਂ ਖੁੱਡੀਆਂ ਸਾਹਿਬ ਨੂੰ ਆਪਾਂ 77 'ਚ ਸੀ, ਹੁਣ ਮੈਨੂੰ ਇੰਨਾ ਤਾਂ ਯਾਦ ਨਹੀਂ, ਸ਼ਾਇਦ ਨਹੀਂ, ਉਸ ਤੋਂ ਪਹਿਲਾਂ ਜਦੋਂ ਆਈ ਸੀਗੀ ਸ਼ਾਇਦ 69 'ਚ। ਚਲੋ, ਉਦੋਂ ਇਹਨਾਂ ਨੂੰ ਆਪਾਂ ਚੇਅਰਮੈਨ ਬਣਾਇਆ ਸੀ, ਇਹਨਾਂ ਦੇ ਫਾਦਰ ਨੂੰ। ਨਿਹਾਇਤ ਹੀ ਚੰਗੇ ਬੰਦੇ ਸੀ ਜਗਦੇਵ ਸਿੰਘ ਖੁੱਡੀਆਂ ਸਾਹਿਬ। ਉਹਨਾਂ ਦੀ ਫਿਰ ਚਲੋ ਸਾਨੂੰ ਛੱਡ ਕੇ ਉਹ ਮਾਨ ਸਾਹਿਬ ਨਾਲ ਚਲੇ ਗਏ, ਉੱਥੇ MP ਬਣੇ। ਤੇ ਖੁੱਡੀਆਂ ਸਾਹਿਬ ਨਾਲ ਸਾਡਾ ਕੋਈ ਇਹੋ ਜਿਹਾ ਹੈ ਨਹੀਂ ਗਾ, ਪਰ ਚਲੋ ਪੋਲੀਟੀਕਲੀ ਹੁਣ ਹੈਗਾ, ਉਹ ਤਾਂ ਮਿਲਦੇ ਰਹਿੰਦੇ ਆ, ਕੋਈ ਇਹੋ ਜਿਹੀ ਗੱਲ ਨਹੀਂ ਗੀ। ਇੱਕ ਪਰਿਵਾਰ ਵੱਲ ਵਾਪਸ ਆਏ ਨੇ, ਜਦੋਂ ਮਨਪ੍ਰੀਤ ਬਾਦਲ ਜੀ ਅੱਡ ਹੋਏ ਉਸ ਤੋਂ ਪਹਿਲਾਂ ਦਾਸ ਬਾਦਲ ਜੀ ਦਾ ਔਰ ਪ੍ਰਕਾਸ਼ ਸਿੰਘ ਬਾਦਲ ਦਾ ਬੜਾ ਪਿਆਰ ਰਿਹਾ, ਉਸ ਤੋਂ ਬਾਅਦ ਵੀ ਰਿਹਾ ਹੈ ਨਾ, ਮਤਲਬ ਅੰਤ ਵਾਲੇ ਦਿਨਾਂ ਤੱਕ ਵੀ ਜਿਹੜਾ ਆਪਾਂ ਦੇਖਦੇ ਰਹੇ ਹੈਗੇ। ਔਰ ਉਸ ਵੇਲੇ ਪਰਿਵਾਰ ਦੇ ਵਿੱਚ ਜਦੋਂ ਮਨਪ੍ਰੀਤ ਜੀ ਅਲੱਗ ਹੋਏ, ਪਰਿਵਾਰ ਦੇ ਵਿੱਚ ਕੀ ਮਾਹੌਲ ਸੀਗਾ? ਮਤਲਬ ਘਰੇ ਗੱਲਾਂ ਹੁੰਦੀਆਂ ਹੋਣਗੀਆਂ ਉਹ ਚੀਜ਼ਾਂ, ਕਿਉਂਕਿ ਇਹ ਚੀਜ਼ਾਂ ਕਦੇ ਸਾਹਮਣੇ ਹੀ ਨਹੀਂ ਆ ਸਕੀਆਂ, ਮੈਂ ਤਾਂ ਤੁਹਾਨੂੰ ਪੁੱਛਣਾ ਚਾਹ ਰਿਹਾ। ਉਹ ਜੀ ਦੇਖੋ, ਹਾਲੇ ਵੀ ਮਨਪ੍ਰੀਤ ਸਾਡੇ ਪਰਿਵਾਰ ਦਾ ਹੀ ਮੈਂਬਰ ਹੈ। ਉਹਦੇ ਖਿਆਲਾਤ ਦੂਜੇ ਪਾਸੇ ਕਾਂਗਰਸ ਵੰਨੀ ਹੋ ਗਏ, ਇਹਦਾ ਇਹ ਤਾਂ ਨਹੀਂ ਮਤਲਬ ਵੀ ਸਾਡੇ ਪਰਿਵਾਰ 'ਚ ਸਾਡਾ ਕੋਈ ਮੁੱਠਭੇੜ ਹੈ। ਅਸੀਂ ਮਿਲਦੇ ਰਹਿੰਦੇ ਹਾਂ, ਮੈਂ ਵੀ ਮਿਲਦਾ ਉਹਨਾਂ ਨੂੰ, ਉਹਨਾਂ ਦੇ ਬੱਚਿਆਂ ਨੂੰ ਮਿਲਦਾ, ਉਹ ਮੇਰੇ ਬੱਚਿਆਂ ਨੂੰ ਮਿਲਦਾ, ਮੇਰੇ ਭਰਾਵਾਂ ਨੂੰ ਮਿਲਦਾ। ਕੋਈ ਇਹੋ ਜਿਹੀ ਸਾਡੀ ਕੋਈ ਗੱਲ ਨਹੀਂ। ਪੋਲੀਟੀਕਲੀ ਹੁਣ ਅਸੀਂ ਦੋ ਪਾਸੇ ਹੋ ਗਏ ਹੈ। ਦਾਸ ਜੀ ਦਾ ਸਾਨੂੰ ਬਹੁਤ ਵੱਡਾ ਲੋਸ ਹੈ। ਜੇ ਦਾਸ ਜੀ ਹੁੰਦੇ ਸ਼ਾਇਦ ਹੋਰ ਹੀ ਪੋਲੀਟੀਕਲ ਟਰਨ ਹੋ ਜਾਂਦੀ ਅੱਜ ਦੇ ਹਾਂ, ਅੱਜ ਕੁਛ ਉਹ ਹੋ ਸਕਦਾ ਸੀਗਾ। ਇੱਕ ਚੀਜ਼ ਹੋਰ ਸਾਫ਼ ਕਰੋ ਜੀ, ਆਪਾਂ ਅੱਗੇ ਵੱਲ ਚੱਲਦੇ ਨੇ ਪਰਿਵਾਰ ਵੱਲ ਹੀ, ਕਿ ਜਿਸ ਤਰ੍ਹਾਂ ਦੇ ਨਾਲ ਬਿਕਰਮਜੀਤ ਮਜੀਠੀਆ ਦੇ ਉੱਪਰ ਦੋਸ਼ ਲੱਗੇ ਹੈ ਨਾ, ਔਰ ਸਿਆਸੀ ਵਿਰੋਧੀ ਤੁਹਾਨੂੰ ਪਤਾ ਕਿਸ ਤਰ੍ਹਾਂ ਦੇ ਨਾਲ ਤੰਜ ਕੱਸਦੇ ਆ, ਕਹਿੰਦੇ ਕਿ ਹੋ ਸਕਦਾ ਕਿ ਆਉਣ ਵਾਲੇ ਟਾਈਮ ਦੇ ਵਿੱਚ ਕੁਛ ਟਾਈਮ ਪਾ ਕੇ, ਕੋਈ 5 ਸਾਲ 10 ਸਾਲ ਜੇ ਸਮਾਂ ਪਾ ਕੇ, ਹੋ ਸਕਦਾ ਬਿਕਰਮਜੀਤ ਮਜੀਠੀਆ ਜਿਹੜੇ ਉਹ ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਬਣ ਜਾਣ। ਕਹਿੰਦੇ ਇਸ ਤਰ੍ਹਾਂ ਦੀ ਚਰਚਾਵਾਂ ਵੀ ਚੱਲਦੀਆਂ, ਮਤਲਬ ਬੇਸ਼ੱਕ ਇਹ ਵਿਰੋਧੀ ਹੁਣ ਕਹਿੰਦੇ, ਹੁਣ ਮੈਂ ਮਤਲਬ ਤਾਂ ਤੁਹਾਨੂੰ ਪੁੱਛ ਰਿਹਾ। ਨਹੀਂ, ਇਹਦੇ 'ਤੇ ਮੈਂ ਕੋਈ ਚਰਚਾ ਨਹੀਂ ਕਰ ਸਕਦਾ, ਜਿਹਦਾ ਮੈਨੂੰ ਪਤਾ ਨਹੀਂ ਗਾ ਜਾਂ ਮੇਰੇ ਨਾਲ ਕੋਈ ਹੋਈ ਨਹੀਂ, ਪਰਿਵਾਰ 'ਚ ਅਸੀਂ ਬੈਠ ਕੇ ਨਹੀਂ ਕੀਤਾ, ਉਹਦੇ 'ਚ ਮੈਂ ਕਿਵੇਂ ਚਰਚਾ ਕਰ ਸਕਦਾ? ਜਿਹਦੀ ਕੀ ਕਿਸਮਤ ਹੈਗੀ, ਕੁਛ ਹੋ ਵੀ ਸਕਦਾ ਹੈ। ਉਹ ਤਾਂ ਆਪਾਂ ਕੋਈ ਵੀ ਚੀਜ਼ ਨੂੰ ਆਪਾਂ ਨੋ ਨਹੀਂ ਸਿੱਧਾ ਕਹਿ ਸਕਦੇ, ਠੀਕ ਹੈ ਨਾ।
ਹਾਂ ਸੋ ਮੇਰੇ ਇਸ ਤੇ ਮੇਰਾ ਕੋਈ ਕਮੈਂਟ ਨਹੀਂ, ਕਿਉਂਕਿ ਮੈਨੂੰ ਪਤਾ ਨਹੀਂ ਵੀ ਕੀ ਅੱਗੇ ਫੈਮਿਲੀ 'ਚ। ਫਿਊਚਰ ਦਾ ਨਹੀਂ ਪਤਾ, ਮੈਂ ਇਸ ਕਰਕੇ ਪੁੱਛ ਰਿਹਾ ਸੀ ਕਿਉਂਕਿ ਮਤਲਬ ਇਸ ਤਰ੍ਹਾਂ ਦੀ ਚਰਚਾਵਾਂ ਮਤਲਬ ਕਈ ਵਾਰ ਵਿਰੋਧੀ ਵੀ ਕਹਿ ਦਿੰਦੇ ਜਾਂ ਉਹ ਕਹਿ ਦਿੰਦੇ ਆ। ਮੇਰਾ ਕਹਿਣ ਦਾ ਭਾਵ ਇਹ ਸੀ ਕਿ ਪਾਰਟੀ ਜਾਂ ਪਾਰਟੀ ਦੇ ਜਿਹੜੇ ਕਾਇਦੇ ਕਾਨੂੰਨ ਆ ਉਹਨਾਂ ਤੋਂ ਉੱਪਰ ਤਾਂ ਨਹੀਂ ਕਦੇ ਮਤਲਬ ਰਿਸ਼ਤੇਦਾਰੀਆਂ ਜਾਂਦੀਆਂ। ਮੈਂ ਇਸ ਚੀਜ਼ ਲਈ ਪੁੱਛ ਰਿਹਾ। ਜਿਹੜੀ ਪਾਰਟੀ ਸੁਪਰੀਮ ਹੈ ਉਹ ਬਾਦਲ ਸਾਹਿਬ ਹਰੇਕ ਵਾਰੀ ਇਹੀ ਕਹਿੰਦੇ, ਹੁਣ ਵੀ ਉਹ ਤਾਂ ਖੜੇ ਹੋਏ ਆ ਕਿਉਂਕਿ ਪਾਰਟੀ ਨੇ ਹੁਕਮ ਕੀਤਾ ਹੈ। ਐ ਨਹੀਂਗਾ ਵੀ ਚਲੋ ਮੈਂ ਖੜਾ ਹੋ ਜਾਂਦਾ, ਉਹ ਪਾਰਟੀ ਦਾ ਜਿਹੜਾ ਹੁਕਮ ਆਇਆ ਸੀ ਉਹਨੂੰ ਟਾਲ ਨਹੀਂ ਸਕੇ ਤੇ ਉਹਨਾਂ ਨੇ ਮਤਲਬ ਹੁਣ ਅੱਗੇ ਪਾਰਟੀ ਕਿਹਨੂੰ ਚਾਹੁੰਦੀ ਹੈ ਕਿਹਨੂੰ ਨਹੀਂ ਚਾਹੁੰਦੀ ਉਹ ਤਾਂ ਪਾਰਟੀ ਦੇ ਉੱਤੇ ਹੈ। ਪਰਿਵਾਰ ਦੇ ਵਿੱਚੋਂ ਸੁਖਬੀਰ ਬਾਦਲ ਜੀ ਆ ਗਏ ਔਰ ਮਨਪ੍ਰੀਤ ਬਾਦਲ ਆ ਗਏ ਨਾ, ਹੋਰ ਮਤਲਬ ਬੇਸ਼ੱਕ ਤੁਹਾਡੇ ਬੱਚੇ ਹੋਣ ਜਾਂ ਲਾਲੀ ਦੇ, ਇਹਨਾਂ ਮਤਲਬ ਕੋਈ ਪਰਿਵਾਰ ਦੇ ਵਿੱਚੋਂ ਹੋਰ ਕੋਈ ਅੱਗੇ ਸਿਆਸਤ ਦੇ ਵਿੱਚ ਐਕਟਿਵ ਨਹੀਂ ਹੈ ਜਾਂ ਮਤਲਬ ਕਿਸ ਤਰ੍ਹਾਂ ਦੇ ਨਾਲ ਦੇਖਦੇ ਹੋ, ਜਾਂ ਐਕਟਿਵ ਮੋਡ ਦੇ ਵਿੱਚ ਹੋਰ ਪਾਸੇ ਲੱਗੇ ਹੋਏ ਨੇ? ਨਹੀਂ ਜੀ, ਸਾਡਾ ਪਰਿਵਾਰ ਜਦੋਂ ਬਾਦਲ ਸਾਹਿਬ ਹੀ ਸਾਰਾ ਕੁਝ ਹੈ, ਸਾਨੂੰ ਦੂਜੇ ਅਸੀਂ ਆਪ ਹੀ ਸੀਐਮ ਹੈਗੇ। ਜੇ ਬਾਦਲ ਸਾਹਿਬ ਮੁੱਖ ਮੰਤਰੀ ਹੈ ਤਾਂ ਅਸੀਂ ਸਾਰੇ ਹੀ ਮੁੱਖ ਮੰਤਰੀ ਹੈ, ਭਰਾ ਹੋਈਏ ਭਾਵੇਂ ਭਤੀਜੇ ਹੋਈਏ। ਮਤਲਬ ਸਾਨੂੰ ਹੁਣ ਸਾਰੇ ਜਾਣੇ ਤਾਂ ਬਣ ਨਹੀਂ ਸਕਦੇ ਤੇ ਮੋਢੀ ਤਾਂ ਇੱਕ ਹੀ ਹੈ, ਹੁਣ ਸਾਡੇ ਮੋਢੀ ਬਾਦਲ ਸਾਹਿਬ ਹੈ, ਅਸੀਂ ਉਹਦੇ ਨਾਲ ਸਾਰਾ ਪਰਿਵਾਰ ਕੀ ਸਾਰਾ ਸਾਡਾ ਲੰਮੀ ਮੁੱਖ ਮੰਤਰੀ ਹੈ। ਮੈਂ ਇਸ ਕਰਕੇ ਪੁੱਛ ਰਿਹਾ ਸੀ ਮੇਜਰ ਸਾਹਿਬ ਕਿ ਪੁਰਾਣੇ ਟਾਈਮਾਂ ਦੇ ਵਿੱਚ ਹਿਸਾਬ ਕਿਤਾਬ ਹੁੰਦਾ ਸੀ ਕਿ ਭਰਾ ਜਾਂ ਮਤਲਬ ਇੱਕ ਦਾਇਰਾ ਹੁੰਦਾ ਸੀਗਾ ਕਿ ਯਾਰ ਇਸ ਦਾਇਰੇ 'ਚ ਰਹਿਣਾ। ਅੱਜ ਕੱਲ੍ਹ ਵਾਲੀ ਹੁਣ ਪੀੜ੍ਹੀ ਹੈ ਜਿਹੜੀ ਬਦਲਦੀ ਜਾਂਦੀ ਹੈ ਅੱਗੇ ਅੱਗੇ ਆਉਣ ਵਾਲੇ ਟਾਈਮ 'ਚ ਨਾ। ਦੇਖੋ ਮੇਰੀ ਪਰਿਵਾਰ ਦੀ, ਟੋਟ ਜੀ ਦੇ ਪਰਿਵਾਰ ਦੀ, ਇਹਨਾਂ ਦੀ ਵੀ ਮੈਂ ਗਰੰਟੀ ਲੈ ਲੈਂਦਾ, ਜਾਂ ਲਾਲੀ ਜੀ ਦੇ ਪਰਿਵਾਰ ਦੀ, ਅਸੀਂ ਬਾਦਲ ਸਾਹਿਬ ਦੇ ਪਰਿਵਾਰ ਦੇ ਨਾਲ ਹੀ ਰਵਾਂਗੇ ਤੇ ਅਸੀਂ ਬਾਦਲ ਸਾਹਿਬ ਨਾਲ ਰਵਾਂਗੇ। ਹਾਂਜੀ, ਜਿਸ ਤਰ੍ਹਾਂ ਦੇ ਨਾਲ ਬੱਬੀ ਬਾਦਲ ਜੀ ਸੀਗੇ ਔਰ ਉਹਨਾਂ ਬਾਰੇ ਮਤਲਬ ਕਿਸ ਤਰ੍ਹਾਂ ਨਾਲ ਦੇਖਦੇ ਹੋ? ਬੱਬੀ ਬਾਦਲ ਜੀ ਦੀ ਆਪਦੀ ਸੋਚ ਹੋਣੀ ਹੈ। ਉਹ ਮਤਲਬ ਹਰੇਕ ਬੰਦਾ ਜਿਵੇਂ ਉਹ ਤਾਂ ਸੋਚਦੇ ਸੀ ਵੀ ਮੈਂ ਮੇਰੇ ਪਿੱਛੇ ਬਹੁਤ ਵੋਟਾਂ ਹੈ, ਇਹ ਹੈ, ਪਰ ਅਸਲ ਕੀ ਸੀਗਾ, ਨਾਂ ਸੀਗਾ ਬਾਦਲ। ਠੀਕ ਹੈ ਨਾ, ਬਾਦਲ ਕਰਕੇ ਅਸੀਂ ਨਹੀਂ, ਬੱਬੀ ਬਾਦਲ ਜਾਂ ਭੂਪੀ ਬਾਦਲ ਨੂੰ ਕੌਣ ਜਾਣਦਾ? ਠੀਕ ਹੈ ਨਾ। ਸੋ ਬੱਬੀ ਬਾਦਲ ਆਪਦੇ ਸੋਚਦੇ ਹੈਗੇ ਵੀ ਮੈਂ ਸ਼ਾਇਦ ਪਤਾ ਨਹੀਂ ਹੁਣ ਕਿੱਥੋਂ ਕਿਹੜੀ ਪਾਰਟੀ 'ਚੋਂ ਲੜ ਰਹੇ ਆ, ਕਈ ਪਾਰਟੀਆਂ ਬਦਲ ਲਈਆਂ ਉਹਨਾਂ ਨੇ। ਜੇ ਲੜਨਾ ਚਾਹੁੰਦੇ ਆ ਕੋਈ ਰੋਕ ਤਾਂ ਸਕਦਾ ਨਹੀਂਗਾ। ਹੁਣ ਉਹ ਮਹੱਲੀ ਤੋਂ ਸ਼ਾਇਦ ਕੋਈ ਕਹਿੰਦਾ ਸੀਗਾ ਲੜਨਗੇ ਜਾਂ ਖਰੜ ਤੋਂ, ਆਈ ਡੋਂਟ ਨੋ ਉਹਨਾਂ ਦੇ ਬਾਰੇ, ਪਰ ਨਾ ਜਿਹੜਾ ਹਾਂ ਨਾ ਇਹ ਲੱਗਿਆ ਹੈਗਾ ਬਾਦਲ ਦਾ ਜਿਹੜਾ ਲੱਗ ਜੇ ਪਿੱਛੇ ਉਹਨੂੰ, ਮਤਲਬ ਆਪ ਹੀ ਥੋੜ੍ਹੀ ਮੋਟੀ ਪੋਲੀਟਿਕਸ 'ਚ ਅਫਸਰ ਵੀ ਸੁਣਨ ਲੱਗ ਜਾਂਦੇ ਹੈ, ਮਤਲਬ ਥੋੜ੍ਹਾ ਜਿਹਾ ਉਹਨਾਂ ਨੂੰ ਮਿਲ ਜਾਂਦਾ ਹੈਗਾ। ਪਰ ਜਿਹੜਾ ਬੰਦਾ ਜੀ ਜ਼ਿਆਦਾ ਪਾਰਟੀਆਂ ਬਦਲੇ ਉਹਦੇ ਵਾਸਤੇ ਸਿਆਸਤ 'ਚ ਰਹਿਣਾ ਔਖਾ ਹੈ। ਕਿਉਂ ਸਿਆਸਤ 'ਚ ਐਂ ਹੈਗਾ, ਤੁਸੀਂ ਛੱਡ ਕੇ ਕਾਂਗਰਸ ਛੱਡ ਕੇ ਅਕਾਲੀ ਦਲ 'ਚ ਆ ਜਾਓ, ਤੁਸੀਂ ਤਾਂ ਆ ਜਾਓਗੇ, ਜਿਹੜੇ ਤੁਹਾਡੇ ਆ ਬੈਠੇ ਹੈਗੇ 5000 ਬੰਦਾ ਜਿਹੜਾ ਤੁਹਾਡੇ ਨਾਲ ਹੈ ਉਹ ਸਾਰਾ ਨਹੀਂ ਸ਼ਿਫਟ ਕਰਦਾ। ਉਹਨਾਂ ਦੀ ਆਈਡੀਓਲੋਜੀ ਹੁੰਦੀ ਹੈ, ਕਾਂਗਰਸ ਵਾਲਿਆਂ ਦੀ ਆਪਦੀ ਆਈਡੀਓਲੋਜੀ ਹੈ, ਸਾਡੀ ਆਪਦੀ ਹੈ। ਮਤਲਬ ਉਹ ਆਪ ਇੱਧਰ ਉੱਧਰ ਤੁਰਿਆ ਫਿਰਦਾ ਹੈਗਾ ਤੇ ਅਖੀਰ 'ਚ ਉਹ ਖਤਮ ਹੋ ਜਾਂਦਾ। ਤੁਸੀਂ ਕੋਈ ਵੀ ਦੇਖ ਲਓ ਜਿਹੜਾ ਇਹਨੇ ਬੜੀਆਂ ਹੌਪਿੰਗਸ ਕੀਤੀਆਂ ਹੈਗੀਆਂ ਉਹ ਆਪੇ ਖਤਮ ਹੋ ਜਾਊਗਾ। ਨਵਜੋਤ ਸਿੰਘ ਸਿੱਧੂ ਦਾ ਹੀ ਦੇਖ ਲਿਓ, 4 ਪਾਰਟੀਆਂ ਬਦਲੀਆਂ, ਕਦੇ ਬੀਜੇਪੀ 'ਚ, ਉਦੋਂ ਸੋਨੀਆ ਗਾਂਧੀ ਨੂੰ ਗਾਲਾਂ ਕੱਢਦਾ ਸੀਗਾ ਕਿ ਪੱਪੂ ਕਹਿੰਦਾ ਸੀਗਾ, ਤੇ ਫਿਰ ਮੋਦੀ ਨੂੰ ਪਿੱਛੇ ਜੇ ਮੋਦੀ ਸਾਹਿਬ ਨੂੰ ਗਾਲਾਂ ਕੱਢੀ ਗਿਆ। ਮਤਲਬ ਇਹੋ ਜਿਹਾ ਬੰਦਾ ਜਿਹੜਾ ਆਪਦੀ ਕੁਰਸੀ ਵਾਸਤੇ ਇੱਧਰ ਜਾ ਵੜੇ ਉੱਧਰ ਜਾ ਵੜੇ, ਉਹਦਾ ਫਿਊਚਰ ਬਹੁਤ ਡਿਮ ਹੈ। ਹੁਣ ਵੀ ਦੇਖਿਓ ਅੱਬਲ ਤਾਂ ਸਾਡੇ ਮਜੀਠੀਆ ਸਾਹਿਬ ਹੀ ਉਹਨੂੰ ਚੱਕ ਦੇਣਗੇ, ਤੇ ਜੇ ਉਹ ਬਾਈ ਚਾਂਸ ਰੱਬ ਨਾ ਕਰੇ ਤੇ ਫਿਰ ਉਹ ਸੀਐਮ ਨਹੀਂ ਬਣ ਸਕਦਾ ਗਾ। ਇਹ ਤੁਸੀਂ ਲਿਖ ਕੇ ਲੈ ਲਓ, ਭਾਵੇਂ ਮੈਂ ਐਡਾ ਕੋਈ ਉਹ ਨਹੀਂਗਾ, ਪਰ ਉਹਨੂੰ ਸੀਐਮ ਉਹਦੀ ਕਿਸਮਤ 'ਚ ਸੀਐਮ ਨਹੀਂ ਲੱਗਿਆ, ਦੀ ਮੋਹਰ ਨਹੀਂ ਲੱਗੀ। ਮੈਂ ਤੁਹਾਡੀ ਗੱਲ ਨਾਲ ਪਹਿਲਾਂ ਐਡ ਆਨ ਕਰ ਲੈਣਾ, ਮੈਂ ਇਸੇ ਸਵਾਲ ਤੇ ਹੋਣਾ ਸੀ ਕਿ ਵੈਸੇ ਵੀ ਅੱਜ ਕੱਲ੍ਹ ਆਪਾਂ ਦੇਖਦੇ ਹਾਂ ਨਾ ਕਿ ਜਦੋਂ ਪਾਰਟੀ ਬਦਲ ਲੈਂਦੇ ਜਾਂ ਟਿਕਟ ਨਹੀਂ ਮਿਲਦੀ, ਆਖਦੇ ਕਿ ਸਾਡੇ ਵਰਕਰਾਂ ਨੇ ਆਖਿਆ ਉਹਨਾਂ ਨੇ ਫੈਸਲਾ ਲਿਆ, ਪਰ ਉਹ ਵਰਕਰ ਕਦੇ ਸਾਹਮਣੇ ਨਹੀਂ ਆਉਂਦੇ, ਆਪਾਂ ਨੂੰ ਦਿਖਦੇ ਵੀ ਨਹੀਂ ਹੈ ਕਿਤੇ। ਮੇਰਾ ਹੁਣ ਇਹੀ ਸਵਾਲ ਅਖੀਰਲਾ ਸਵਾਲ ਆਈ ਬਿਲਕੁਲ ਕਿ ਮਜੀਠੀਆ ਸਾਹਿਬ ਦੇ ਮੁਕਾਬਲੇ ਨੂੰ ਤੁਸੀਂ ਕਿਵੇਂ ਦੇਖਦੇ ਹੋ ਔਰ ਕੀ ਲੱਗਦਾ ਤੁਹਾਨੂੰ? ਬਹੁਤ ਰੰਗੀਨ ਮੁਕਾਬਲਾ ਹੋਊਗਾ, ਬਹੁਤ ਦਿਲਚਸਪ। ਇਹ ਸਾਰਾ ਧਿਆਨ ਉਧਰਲੇ ਬਸ ਹਾਂ, ਇਹ ਹੁਣ ਦੇਖਿਆ ਜਾਊਗਾ ਵੀ 2 ਜਾਇੰਟਸ ਹੈਗੇ ਜਿਹੜੇ ਮਾਝੇ ਦੇ, ਉਹਨਾਂ ਦੀ ਲੜਾਈ 'ਚ ਕਿਹੜਾ ਸਫਲ ਹੁੰਦਾ। ਸਾਨੂੰ ਤਾਂ 100% ਯਕੀਨ ਹੈ ਵੀ ਮਜੀਠੀਆ ਸਾਹਿਬ, ਕਿਉਂ ਬਹੁਤ ਉਹਨਾਂ ਨੇ ਉੱਥੇ ਕੰਮ ਕੀਤਾ, ਹਰਮਨ ਪਿਆਰੇ ਹੈ ਉੱਥੋਂ ਦੇ ਹੀ ਰਹੇ ਹੈ। ਹੁਣ ਨਵਜੋਤ ਸਿੰਘ ਸਿੱਧੂ ਜੀ ਤਾਂ ਚਲੋ ਇਲੈਕਸ਼ਨ ਲੜੇ ਹੈ, ਅੰਮ੍ਰਿਤਸਰ ਤੋਂ ਹੈ ਤਾਂ ਪਟਿਆਲੇ ਦੇ,
ਸੋ ਦੇਖੋ ਸਾਨੂੰ ਤਾਂ 100% ਯਕੀਨ ਹੈ ਵੀ ਮਜੀਠੀਆ ਸਾਹਿਬ ਬਹੁਤ ਚੰਗੀਆਂ ਵੋਟਾਂ ਨਾਲ ਉੱਥੋਂ ਜਿੱਤਣਗੇ। ਪੰਥਕ ਸਾਡਾ ਉਹ ਏਰੀਆ ਹੈਗਾ ਤੇ ਜਿੱਤਣਾ ਬਹੁਤ ਚੰਗੀ ਵੋਟਾਂ ਤੇ ਜਿੱਤਣਗੇ। ਮਿਹਰਬਾਨੀ ਜੀ, ਤੁਸੀਂ ਸਮਾਂ ਦਿੱਤਾ ਔਰ ਤੁਸੀਂ ਵੀ ਸਾਰੇ ਜੁੜੇ, ਤੁਹਾਡਾ ਵੀ ਬਹੁਤ ਬਹੁਤ ਧੰਨਵਾਦ, ਮਿਹਰਬਾਨੀ।